ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰ ਵਾਲਿਓ, ਅੱਜ ਇੱਕ ਵੀਡੀਓ ਜਿਹੜੀ ਸੋਸ਼ਲ ਮੀਡੀਆ ਦੇ ਉੱਤੇ ਬੜੀ ਵਾਇਰਲ ਵੀ ਹੋ ਰਹੀ ਹੈ, ਜੋ ਕਿ ਨਾਮਧਾਰੀ ਜਿਹੜੀ ਸੰਪਰਦਾ ਹੈ ਉਹਦੇ ਮੁਖੀ ਠਾਕੁਰ ਦਲੀਪ ਸਿੰਘ ਦੀ ਆ, ਜਿਹੜਾ ਕਿ RSS ਮੁਖੀ ਜਿਹੜਾ ਮੋਹਨ ਭਾਗਵਤ ਹੈ ਉਹਦੇ ਕੋਲ ਬੈਠਾ ਹੋਇਆ ਸਿੱਖ ਮਤ ਨੂੰ ਹਿੰਦੂ ਮਤ ਦਾ, ਹਿੰਦੂ ਧਰਮ ਦਾ ਇੱਕ ਅੰਗ ਦੱਸ ਰਿਹਾ ਹੈ। ਤੇ ਇਹ ਵੀ ਕਹਿ ਰਿਹਾ ਹੈ ਕਿ ਸਿੱਖਾਂ ਦੇ ਵਿੱਚ ਤੇ ਹਿੰਦੂਆਂ ਦੇ ਵਿੱਚ ਕੋਈ ਫਰਕ ਨਹੀਂ ਹੈ, ਤੇ ਬਾਣੀ ਦਾ ਇੱਕ ਪ੍ਰਮਾਣ ਜਿਹੜਾ ਹੈ ਉਹਨੇ ਬਹੁਤ ਗਲਤ ਵਰਤ ਕੇ ਜਿਹੜੇ ਆਮ ਲੋਕ ਨੇ ਉਹਨਾਂ ਨੂੰ ਗੁੰਮਰਾਹ ਕਰਨ ਦਾ ਅਤੇ ਸਿੱਖ ਵਿਰੋਧੀ ਜਮਾਤ RSS ਦੇ ਮੁਖੀ ਮੋਹਨ ਭਾਗਵਤ ਤੇ ਉਸ ਸੋਚ ਦੇ ਲੋਕਾਂ ਨੂੰ ਜਿਹੜਾ ਹੈ ਖੁਸ਼ ਕਰਨ ਦਾ ਇੱਕ ਕੋਝਾ ਯਤਨ ਕੀਤਾ ਹੈ। ਭਾਵੇਂ ਕਿ ਨਾਮਧਾਰੀ ਸੰਪਰਦਾ ਦਾ ਸਿੱਖੀ ਦੇ ਨਾਲ ਕੋਈ ਸੰਬੰਧ ਨਹੀਂ ਹੈ, ਕਿਉਂਕਿ ਜਿਹੜੇ ਇਹਨਾਂ ਦੇ ਕਰਮ ਹਨ ਇਹ ਆਪਣੇ ਆਪ ਨੂੰ ਸਤਿਗੁਰੂ ਅਖਵਾਉਂਦੇ ਨੇ। ਗੁਰੂ ਗ੍ਰੰਥ ਸਾਹਿਬ ਨੂੰ ਸਿੱਖ ਗੁਰੂ ਮੰਨਦਾ ਹੈ, ਪਰ ਇਹ ਆਪਣੇ ਆਪ ਨੂੰ ਸਤਿਗੁਰੂ ਅਖਵਾ ਕੇ ਸਿੱਖੀ ਸਿਧਾਂਤਾਂ ਤੋਂ ਬਿਲਕੁਲ ਤਲਾਂਜਲੀ ਦੇ ਚੁੱਕੇ ਨੇ। ਭਾਵੇਂ ਕਿ ਇਹਨਾਂ ਦੇ ਜਿਹੜੇ ਮੋਢੀ ਬਾਬਾ ਰਾਮ ਸਿੰਘ ਸਨ, ਉਹਨਾਂ ਨੇ ਆਪਣੀ ਜ਼ਿੰਦਗੀ ਦੇ ਵਿੱਚ ਕਦੀ ਆਪਣੇ ਆਪ ਨੂੰ ਸਤਿਗੁਰੂ ਨਹੀਂ ਅਖਵਾਇਆ। ਇਸ ਤੋਂ ਇਲਾਵਾ ਇਹਨਾਂ ਦੇ ਜਿਹੜੇ ਕਰਮ ਨੇ ਉਹ ਵੀ ਕਿਸੇ ਤੋਂ ਗੁੱਝੇ ਛਿਪੇ ਨਹੀਂ, ਕਿ ਇਹ ਨਾਮਧਾਰੀ ਜਿਹੜੇ ਨੇ ਇਹ ਅਗਨੀ ਦੇ ਦੁਆਲੇ ਵੀ ਲਾਵਾਂ ਲੈਂਦੇ ਨੇ, ਗਲ ਵਿੱਚ ਜਿਹੜਾ ਹੈ ਉਹ ਜਨੇਊ ਵਰਗਾ ਇੱਕ ਧਾਗਾ ਵੀ ਪਾਉਂਦੇ ਨੇ। ਹਰ ਕਰਮ ਜਿਹੜਾ ਹੈ ਇਹਨਾਂ ਦਾ ਹਿੰਦੂ ਮਤ ਦੇ ਜਿਹੜਾ ਹੈ ਉਹ ਅਨੁਸਾਰੀ ਹੈ। ਹੁਣ ਠਾਕੁਰ ਦਲੀਪ ਸਿੰਘ ਨੇ ਇੱਕ ਸਿੱਖ ਵਿਰੋਧੀ ਜਮਾਤ ਜਿਹੜੀ RSS ਹੈ, ਇਕੱਲੀ ਸਿੱਖ ਵਿਰੋਧੀ ਨਹੀਂ, ਤਕਰੀਬਨ ਹਰ ਜਿਹੜਾ ਬੁੱਧੀਜੀਵੀ ਵਰਗ ਹੈ, ਜਿਹੜਾ ਸਿਆਣਾ ਸਮਝਣ ਵਾਲਾ ਹੈ, ਜਿਹੜਾ ਕੁਝ ਸੋਝੀ ਰੱਖਣ ਵਾਲਾ ਹੈ, ਉਹਨੂੰ RSS ਦੀਆਂ ਨੀਤੀਆਂ ਦੇ ਬਾਰੇ ਬਹੁਤ ਚੰਗੀ ਤਰ੍ਹਾਂ ਪਤਾ ਹੈ। ਉਹਨੂੰ ਖੁਸ਼ ਕਰਨ ਦੇ ਲਈ ਉੱਥੇ ਸਭਾ ਦੇ ਵਿੱਚ ਇਹ ਗੱਲ ਆਖੀ ਵੀ ਸਿੱਖ ਵੀ ਜਿਹੜੇ ਨੇ ਉਹ ਹਿੰਦੂ ਹੀ ਹਨ। ਪਹਿਲੀ ਤੇ ਗੱਲ, ਨਾਮਧਾਰੀ ਸੰਪਰਦਾ ਆਪ ਸਿੱਖ ਨਹੀਂ। ਦੂਜੀ ਗੱਲ, ਜਿਹੜੀ ਪੰਕਤੀ ਵਰਤ ਕੇ ਇਹਨਾਂ ਨੇ ਕਬੀਰ ਸਾਹਿਬ ਦੀ ਲੋਕਾਂ ਦੇ ਵਿੱਚ ਭੁਲੇਖਾ ਖੜਾ ਕਰਨ ਦਾ ਯਤਨ ਕੀਤਾ ਕਿ ਅਰਧ ਸਰੀਰੀ ਨਾਰ ਨਾ ਛੋੜੈ ਤਾਂ ਤੇ ਹਿੰਦੂ ਹੀ ਰਹੀਏ। ਹੁਣ ਜਦੋਂ ਇਸ ਸਾਰੇ ਸ਼ਬਦ ਨੂੰ ਬਾਬਾ ਕਬੀਰ ਸਾਹਿਬ ਵਾਲੇ ਨੂੰ ਪੜ੍ਹਿਆ ਜਾਵੇਗਾ ਤੇ ਉਹਦੇ ਵਿੱਚ ਗੱਲ ਚੱਲ ਰਹੀ ਹੈ ਕਿਸੇ ਹੋਰ ਪ੍ਰਸੰਗ ਦੇ ਵਿੱਚ, ਪਰ ਸ਼ਾਤਰ ਦਿਮਾਗ ਬਾਬਾ ਜਿਹੜਾ ਦਲੀਪ ਸਿੰਘ ਹੈ ਇਹਨੇ ਕਿਵੇਂ ਉਸ ਤੁਕ ਦੀ ਜਿਹੜੀ ਉਹ ਦੁਰਵਰਤੋਂ ਕੀਤੀ। ਕਾਸ਼ ਕਿਤੇ ਗੁਰੂ ਗ੍ਰੰਥ ਸਾਹਿਬ ਵਿੱਚੋਂ ਇਸ ਤੁਕ ਨੂੰ ਵਰਤਣ ਤੋਂ ਪਹਿਲਾਂ ਉਹ ਜਿਹੜੇ ਹੋਰ ਬਾਣੀ ਦੇ ਵਿੱਚ ਸ਼ਬਦ ਬਾਬਾ ਕਬੀਰ ਸਾਹਿਬ ਦੇ ਕਬੀਰ ਸਾਹਿਬ ਦੇ ਦਰਜ ਨੇ, ਇੱਕਾ ਬਾਣੀ ਇੱਕ ਗੁਰ ਇੱਕੋ ਸ਼ਬਦ ਵਿਚਾਰ ਦੇ ਤਹਿਤ, ਜਾਂ ਗੁਰੂ ਅਰਜਨ ਸਾਹਿਬ ਮਹਾਰਾਜ ਦਾ ਜਿਹੜਾ ਸ਼ਬਦ ਹੈ ਉਹਨੂੰ ਵੀ ਪੜ੍ਹ ਲੈਂਦੇ, ਜਿਹਦੇ ਵਿੱਚ ਉਹਨਾਂ ਨੇ ਲਿਖਿਆ ਵਰਤ ਨਾ ਰਹੂੰ ਨਾ ਮਹਿਰਮਦਾਨਾ ਤੇ ਸੇਵੀਂ ਜੋ ਰੱਖਿਆ ਨਿਧਾਨਾ, ਏਕ ਗੁਸਾਈ ਅੱਲਾ ਮੇਰਾ ਹਿੰਦੂ ਤੁਰਕ ਦੋਹਾਂ ਨਬੇਰਾ, ਰਹਾਓ ਹੱਜ ਕਾਬੇ ਜਾਉ ਨਾ ਤੀਰਥ ਪੂਜਾ, ਏਕੋ ਸੇਵੀਂ ਅਵਰ ਨਾ ਦੂਜਾ, ਪੂਜਾ ਕਰੂੰ ਨਾ ਨਿਵਾਜ ਗੁਜ਼ਾरूं, ਏਕ ਨਿਰੰਕਾਰ ਲੈ ਹ੍ਰਿਦੈ ਨਮਸਕਾਰੋਂ, ਨਾ ਹਮ ਹਿੰਦੂ ਨਾ ਮੁਸਲਮਾਨ, ਅੱਲਾ ਰਾਮ ਕੇ ਪਿੰਡ ਪ੍ਰਾਣ। ਬੜੀ ਸਿੱਧੀ ਗੱਲ ਗੁਰੂ ਅਰਜਨ ਸਾਹਿਬ ਨੇ ਭੈਰੋ ਰਾਗ ਦੇ ਸ਼ਬਦ ਵਿੱਚ ਰੱਖੀ ਵੀ ਨਾ ਅਸੀਂ ਹਿੰਦੂ ਹਾਂ ਨਾ ਅਸੀਂ ਮੁਸਲਮਾਨ ਹਾਂ। ਕਬੀਰ ਸਾਹਿਬ ਆਪਣੀ ਬਾਣੀ ਦੇ ਵਿੱਚ ਕਹਿੰਦੇ ਨੇ ਵੀ ਕਬੀਰ ਜੇ ਮਾਰਗ ਪੰਡਤ ਗਏ ਪਾਛੈ ਪਰੀ ਬਹੀਰ, ਇੱਕ ਔਕੜ ਘਾਟੀ ਰਾਮ ਕੀ ਤਿਹ ਚੜ੍ਹ ਰਿਓ ਕਬੀਰ। ਬਾਬਾ ਕਬੀਰ ਸਾਹਿਬ ਨੇ ਹਿੰਦੂ ਮਤ ਨੂੰ ਜਿਹੜੀ ਹੈ ਤਲਾਂਜਲੀ ਦਿੱਤੀ। ਬਾਣੀ ਦੇ ਵਿੱਚ ਕਿੰਨੇ ਐਸੇ ਸ਼ਬਦ ਮੈਂ ਤੁਹਾਡੇ ਨਾਲ ਸਾਂਝੇ ਕਰ ਸਕਦਾ ਹਾਂ ਜਿੱਥੇ ਹਿੰਦੂ ਵਿਚਾਰਧਾਰਾ ਨੂੰ ਜਿਹੜਾ ਹੈ ਉਹ ਗੁਰੂ ਸਾਹਿਬ ਨੇ ਨਕਾਰਿਆ। ਭਾਈ ਕਾਹਨ ਸਿੰਘ ਨਾਭਾ ਵਰਗਿਆਂ ਨੇ ਮੈਂ ਹਿੰਦੂ ਨਹੀਂ ਕਿਤਾਬ ਲਿਖ ਕੇ ਜਿਹੜੀ ਹੈ ਉਹਨਾਂ ਲੋਕਾਂ ਦਾ ਮੂੰਹ ਬੰਦ ਕਰਨ ਦਾ ਯਤਨ ਕੀਤਾ, ਜਿਹੜੇ ਵਾਰ-ਵਾਰ ਸਿੱਖਾਂ ਨੂੰ ਇਹ ਕਹਿੰਦੇ ਨੇ ਵੀ ਸਿੱਖ ਜਿਹੜੇ ਨੇ ਉਹ ਹਿੰਦੂ ਧਰਮ ਦਾ ਅੰਗ ਨੇ, ਜਾਂ ਸਿੱਖ ਜਿਹੜੇ ਨੇ ਉਹ ਹਿੰਦੂ ਧਰਮ ਦੀ ਰੱਖਿਆ ਦੇ ਲਈ ਜਿਹੜੇ ਉਹ ਗੁਰੂ ਸਾਹਿਬ ਨੇ ਖਾਲਸਾ ਪੰਥ ਪੈਦਾ ਕੀਤਾ। ਪਰ ਦੁੱਖ ਹੁੰਦਾ ਹੈ ਜਦੋਂ ਠਾਕੁਰ ਦਲੀਪ ਸਿੰਘ ਵਰਗੇ ਆਪਣੇ ਆਪ ਨੂੰ ਗੁਰੂ ਅਖਵਾਉਣ ਵਾਲੇ ਅਜਿਹਾ ਝੂਠ ਇੱਕ ਉਸ ਸੰਪਰਦਾਈ ਜਿਹੜੇ ਕਿਸਮ ਦੇ ਲੋਕ ਨੇ ਉਹਨਾਂ ਨੂੰ ਖੁਸ਼ ਕਰਨ ਦੇ ਲਈ ਬੋਲਦੇ ਨੇ। ਬੜਾ ਮੈਨੂੰ ਅਫਸੋਸ ਵੀ ਹੋਇਆ ਇਸ ਗੱਲ ਦਾ ਕਿ ਕਿਵੇਂ ਉਹਨਾਂ ਨੇ ਬਾਬਾ ਕਬੀਰ ਸਾਹਿਬ ਦੀ ਪੰਕਤੀ ਦੀ ਦੁਰਵਰਤੋਂ ਕੀਤੀ। ਹਾਲਾਂਕਿ ਉਸ ਪੰਕਤੀ ਨੂੰ ਜੇ ਤੁਸੀਂ ਜਾਂ ਉਸ ਸ਼ਬਦ ਨੂੰ ਪੂਰਾ ਪੜ੍ਹੋ, ਹੁਣ ਜਦੋਂ ਕਬੀਰ ਸਾਹਿਬ ਦਾ ਆਪਾਂ ਉਹ ਸ਼ਬਦ ਪੜ੍ਹਦੇ ਹਾਂ ਤੇ ਉਹਨਾਂ ਨੇ ਇਸ ਤੁਕ ਤੋਂ ਪਹਿਲਾਂ ਜਿਹੜਾ ਇਹ ਸ਼ਬਦ ਆਰੰਭ ਹੁੰਦਾ, ਉਹਨਾਂ ਨੇ ਲਿਖਿਆ ਹਿੰਦੂ ਤੁਰਕ ਕਹਾਂ ਤੇ ਆਏ, ਕਿਨੇ ਰਾਹ ਚਲਾਈ, ਦਿਲ ਮੈਂ ਸੋਚ ਵਿਚਾਰ ਕਵਾਂਦੇ, ਪਿਸਤ ਦੋਜਕ ਕਿਨ ਪਾਈ। ਪਰ ਸਾਰਾ ਸ਼ਬਦ ਛੱਡ ਕੇ ਅੱਗੇ ਜਿੱਥੇ ਆਇਆ ਅਰਧ ਸਰੀਰੀ ਨਾਰ ਨਾ ਛੋੜੈ, ਉੱਥੋਂ ਉਹਨਾਂ ਨੇ ਇਹ ਪੰਕਤੀ ਲੈ ਲਈ ਵੀ ਮੈਂ ਹਿੰਦੂ ਹੀ ਰਹਿ ਸਕਦਾ। ਪਰ ਉਦੋਂ ਪਹਿਲਾਂ ਇਸੇ ਤੁਕ ਤੋਂ ਪਹਿਲਾਂ ਜਿਹੜਾ ਇਹ ਤੁਕ ਜਿਹੜੀ ਆਰੰਭ ਹੋ ਰਹੀ ਉੱਥੇ ਆ ਸੁੰਨਤ ਕੀਏ ਤੁਰਕ ਜੇ ਹੋਏਗਾ ਔਰਤ ਕਾ ਕਿਆ ਕਰੀਏ। ਉੱਥੇ ਕਬੀਰ ਸਾਹਿਬ ਸਵਾਲ ਕਰ ਰਹੇ ਨੇ, ਪਰ ਇਹਨਾਂ ਦਾ ਕਪਟੀਪੁਣਾ ਇਹ ਹੈ ਕਿ ਇਹਨਾਂ ਨੇ ਇੱਕ ਤੁਕ ਲੈ ਲਈ, ਇੱਕ ਤੁਕ ਨੂੰ ਵਰਤ ਕੇ ਉਹਨਾਂ ਨੇ ਮੋਹਨ ਭਾਗਵਤ ਨੂੰ ਜਿਹੜਾ ਹੈ ਉਹ ਖੁਸ਼ ਕਰਨ ਦਾ ਮਤਲਬ ਉਦਮ ਕੀਤਾ, ਉਹਨਾਂ ਨੇ ਯਤਨ ਕੀਤਾ। ਪਰ ਗ੍ਰੰਥ ਸਾਹਿਬ ਦੀ ਬਾਣੀ ਨੂੰ ਸਮਝਣ ਵਾਲੇ ਜਾਣਨ ਵਾਲੇ ਇਹ ਗੱਲਾਂ ਭਲੀ ਭਾਂਤ ਜਾਣਦੇ ਨੇ ਕਿ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਜਿਹੜੀ ਵਿਚਾਰਧਾਰਾ ਹੈ ਉਹ ਬਿਲਕੁਲ ਨਵੇਕਲੀ ਹੈ। ਉਹਦਾ ਹਿੰਦੂ ਜਾਂ ਮੁਸਲਮਾਨਾਂ ਦੇ ਨਾਲ ਕੋਈ ਜਿਹੜਾ ਹੈ ਸੰਬੰਧ ਨਹੀਂ। ਸਾਡੇ ਪੁਰਾਤਨ ਗ੍ਰੰਥਾਂ, ਇਤਿਹਾਸਕ ਗ੍ਰੰਥਾਂ ਦੇ ਵਿੱਚ ਇਹ ਲਿਖਿਆ ਮਿਲ ਜਾਂਦਾ ਕਿ ਫਿਰਕਾ ਹਿਨ ਕਾ ਪਰ ਪਾਰਾ ਹਿੰਦੂ ਤੁਰਕਣ ਤੇ ਹੈ ਨਿਆਰਾ, ਵੀ ਜਿਹੜਾ ਸਿੱਖ ਮਤ ਹੈ ਇਹ
ਵਿਲੱਖਣ ਹੈ, ਇਹ ਨਿਆਰਾ ਹੈ, ਕਿਉਂਕਿ ਜਿਹੜੀਆਂ ਮਨੌਤਾਂ ਹਿੰਦੂ ਮਤ ਦੀਆਂ ਨੇ ਜਾਂ ਮੁਸਲਮਾਨ ਮਤ ਦੀਆਂ ਨੇ, ਸਿੱਖ ਉਹਨਾਂ ਮਨੌਤਾਂ ਨੂੰ ਬਿਲਕੁਲ ਵੀ ਨਹੀਂ ਮੰਨਦੇ। ਹੁਣ ਭਗਤ ਨਾਮਦੇਵ ਸਾਹਿਬ ਦੀ ਵੀ ਮੈਂ ਇਹਨਾਂ ਨੂੰ ਬੇਨਤੀ ਕਰਾਂਗਾ, ਠਾਕੁਰ ਦਲੀਪ ਸਿੰਘ ਨੂੰ, ਵੀ ਇਹ ਤੁਕ ਪੜ੍ਹ ਕੇ ਸੁਣਾਉਂਦੇ, ਜਿਹਦੇ ਵਿੱਚ ਉਹ ਕਹਿੰਦੇ ਨੇ, ਆਜ ਨਾਮੇ ਬੀਠਲ ਦੇਖਿਆ ਮੂਰਖ ਕੋ ਸਮਝਾਉਂ ਰੇ। ਉਹਦੇ ਵਿੱਚ ਜਾ ਕੇ ਉਹਨਾਂ ਨੇ ਗੱਲ ਕੀਤੀ ਵੀ ਪਾਂਡੇ ਤੁਮਰਾ ਰਾਮਚੰਦ ਸੋਪੀ ਆਵਤ ਦੇਖਿਆ ਥਾ। ਹੁਣ ਜਦੋਂ ਤੇ ਇਹ ਰਾਮ ਦੀ ਵੀ ਕਈ ਵਾਰ ਰਾਮ ਸ਼ਬਦ ਵੀ ਜਿਹੜਾ ਕਈ ਵਾਰ ਵਰਤਣਾ ਹੁੰਦਾ ਹੈ, ਉਦੋਂ ਵੀ ਇਹ ਕਪਟੀਪੁਣਾ ਕੀਤਾ ਜਾਂਦਾ ਹੈ। ਪਰ ਸਮੁੱਚਾ ਸ਼ਬਦ ਜਦੋਂ ਪੜ੍ਹੋਗੇ ਤੇ ਉਦੋਂ ਇਹ ਗੱਲਾਂ ਕੌਣ ਉਹਨਾਂ ਨੂੰ ਦੱਸੇਗਾ ਵੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਤੇ ਰਾਮ ਦੇ ਖਿਲਾਫ ਵੀ ਲਿਖਿਆ ਹੋਇਆ, ਕਿਉਂਕਿ ਰਾਮ ਨੂੰ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੇ ਰੱਬ ਮੰਨਿਆ ਹੀ ਨਹੀਂ, ਭਗਵਾਨ ਮੰਨਿਆ ਹੀ ਨਹੀਂ, ਉਹਨੂੰ ਸਾਰੇ ਸੰਸਾਰ ਦਾ ਮਾਲਕ ਮੰਨਿਆ ਹੀ ਨਹੀਂ। ਗੁਰੂ ਗ੍ਰੰਥ ਸਾਹਿਬ ਦਾ ਜਿਹੜਾ ਰਾਮ ਹੈ, ਉਹ ਰਾਮ ਬਿਲਕੁਲ ਵੱਖਰਾ ਹੈ। ਤੇ ਇਹ ਤੁਕ ਜਿਹੜੀ ਭਗਤ ਨਾਮਦੇਵ ਸਾਹਿਬ ਦੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਦਰਜ ਹੋਈ, ਗੁਰੂ ਸਾਹਿਬ ਨੇ ਆਪ ਕੀਤੀ, ਜਿੱਥੇ ਲਿਖਿਆ, ਪਾਂਡੇ ਤੁਮਰਾ ਰਾਮਚੰਦ ਸੋਪੀ ਆਵਤ ਦੇਖਿਆ ਥਾ, ਰਾਵਣ ਛੇਤੀ ਸਰਬਰ ਹੋਈ, ਘਰ ਕੀ ਜੋਏ ਗਵਾਈ ਥੀ। ਮੈਂ ਨਾਮਧਾਰੀ ਠਾਕੁਰ ਦਲੀਪ ਸਿੰਘ ਨੂੰ ਬੇਨਤੀ ਕਰਾਂਗਾ ਕਿ ਤੁਸੀਂ ਇਹ ਵੀ ਤੁਕ ਜਦੋਂ ਤੁਹਾਡੀ ਅਗਲੀ ਉਹਨਾਂ ਨਾਲ ਮੀਟਿੰਗ ਹੋਵੇ, ਸਭਾ ਹੋਵੇ, ਤੇ ਗੁਰੂ ਗ੍ਰੰਥ ਸਾਹਿਬ ਦੇ ਵਿੱਚੋਂ ਉਹਨਾਂ ਨੂੰ ਕੱਢ ਕੇ ਸੁਣਾਇਓ ਵੀ ਹਿੰਦੂ ਅੰਨਾ ਤੁਰਕੂ ਕਾਣਾ, ਦੋਹਾਂ ਤੇ ਗਿਆਨੀ ਸਿਆਣਾ, ਹਿੰਦੂ ਪੂਜਾ ਦੇਹੁਰਾ, ਮੁਸਲਮਾਨ ਮਸੀਤ, ਨਾਮੇ ਸੋਈ ਸੇਵਿਆ ਜਹਾਂ ਦੇਹੁਰਾ ਨਾ ਮਸੀਤ। ਹੁਣ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਨੇ ਜਿਹੜੀ ਵਿਚਾਰਧਾਰਾ ਸਮਾਜ ਨੂੰ ਦਿੱਤੀ, ਉਹ ਹਿੰਦੂ ਤੇ ਮੁਸਲਮਾਨਾਂ ਤੋਂ ਵੱਖਰੀ ਹੈ। ਉਹ ਵਿਚਾਰਧਾਰਾ, ਹੁਣ ਹਿੰਦੂ ਮਤ ਦੀ ਬੁਨਿਆਦ ਹੈ ਕਿ ਉਹ 4 ਵਰਨਾਂ ਦੇ ਵਿੱਚ ਸਮਾਜ ਨੂੰ ਵੰਡਦੇ ਨੇ, ਬ੍ਰਾਹਮਣ, ਖੱਤਰੀ, ਵੈਸ਼, ਸ਼ੂਦ। ਗੁਰੂ ਸਾਹਿਬ ਇਹਨਾਂ ਚਾਰਾਂ ਨੂੰ ਮਿਟਾ ਕੇ ਮਨੁੱਖਤਾ ਦੀ ਗੱਲ ਕਰਦੇ ਆ। ਸਾਡੀ ਸਾਂਝ ਕਿਸੇ ਖਾਸ ਧਰਮ ਨਾਲ ਨਹੀਂ, ਬਲਕਿ ਗੁਰੂ ਗ੍ਰੰਥ ਸਾਹਿਬ ਨੇ ਸਿੱਖਾਂ ਦੀ ਸਾਂਝ ਮਨੁੱਖਤਾ ਨਾਲ ਪਾਈ ਹੈ। ਉਹ ਮਨੁੱਖ ਕੋਈ ਹਿੰਦੂ ਹੋਵੇ, ਕੋਈ ਮੁਸਲਮਾਨ ਹੋਵੇ, ਉਹਦੇ ਨਾਲ ਕੋਈ ਫਰਕ ਨਹੀਂ ਪੈਂਦਾ। ਜਿੰਨਾ ਪ੍ਰੇਮ ਸਿੱਖਾਂ ਦਾ ਇਹ ਮਤਲਬ ਇੱਕ ਹਿੰਦੂ ਨਾਲ ਹੈ, ਇੱਕ ਇਨਸਾਨ ਹੋਣ ਦੇ ਨਾਤੇ, ਉਨਾ ਹੀ ਪ੍ਰੇਮ ਮੁਸਲਮਾਨਾਂ ਦੇ ਨਾਲ ਹੈ। ਸਾਡਾ ਪ੍ਰੇਮ ਕਿਸੇ ਨਾਲ ਇਸ ਕਰਕੇ ਨਹੀਂ ਹੈ ਕਿ ਕੋਈ ਹਿੰਦੂ ਹੈ ਜਾਂ ਮੁਸਲਮਾਨ ਹੈ। ਹੁਣ ਕਿੰਨੇ ਐਸੇ ਸਿੱਖ ਇਤਿਹਾਸ ਦੇ ਪੱਤਰਿਆਂ ਤੇ ਉਹ ਸ਼ਰਧਾਲੂ ਮਿਲ ਜਾਂਦੇ ਨੇ ਜਿਨ੍ਹਾਂ ਦਾ ਗੁਰੂ ਘਰ ਦੇ ਨਾਲ ਪ੍ਰੇਮ ਸੀ। ਉਹਨਾਂ ਵਿੱਚ ਹਿੰਦੂ ਵੀ ਹੈਗੇ ਸਨ, ਮੁਸਲਮਾਨ ਵੀ ਹੈਗੇ ਸਨ। ਉਹ ਗੁਰੂ ਸਾਹਿਬ ਉਹਨਾਂ ਲੋਕਾਂ ਨੂੰ ਜਿਹੜਾ ਹੈ ਉਹ ਇੱਕ ਇਨਸਾਨ ਸਮਝ ਕੇ ਉਹਨਾਂ ਦੇ ਨਾਲ ਪਿਆਰ ਕਰਦੇ ਨੇ। ਚਾਹੇ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਨੇ ਸ਼ਹਾਦਤ ਦਿੱਤੀ, ਉਹਨਾਂ ਨੇ ਇਹ ਕਹਿ ਕੇ ਨਹੀਂ ਦਿੱਤੀ ਜਾਂ ਇਹ ਸਮਝ ਕੇ ਨਹੀਂ ਦਿੱਤੀ ਕਿ ਜਨੇਊ ਦੀ ਖਾਤਰ ਅਸੀਂ ਕੋਈ ਕੁਰਬਾਨੀ ਦੇ ਰਹੇ ਹਾਂ। ਜਿਸ ਜਨੇਊ ਨੂੰ ਗੁਰੂ ਨਾਨਕ ਸਾਹਿਬ ਕਹਿੰਦੇ ਨੇ ਚੌਂਕੜ ਮੁੱਲ ਅਣਾਇਆ ਬੈ ਚੌਂਕੇ ਪਾਇਆ, ਪਰ ਉਹਨਾਂ ਨੇ ਇੱਕ ਇਨਸਾਨੀਅਤ ਦੀ ਖਾਤਰ, ਇੱਕ ਇਨਸਾਨੀਅਤ ਦਾ ਘਾਣ ਜਿੱਥੇ ਹੋ ਰਿਹਾ ਸੀ, ਉਹਦੇ ਹੱਕ ਵਿੱਚ ਜਿਹੜਾ ਹੈ ਹਾ ਦਾ ਨਾਅਰਾ ਬੁਲੰਦ ਕੀਤਾ। ਸੋ ਠਾਕੁਰ ਦਲੀਪ ਸਿੰਘ ਨੂੰ ਮੇਰੀ ਬੇਨਤੀ ਹੈ ਕਿ ਗੁਰੂ ਗ੍ਰੰਥ ਸਾਹਿਬ ਦੀ ਇੱਕ ਅੱਧੀ ਪੰਕਤੀ ਨੂੰ ਇੱਦਾਂ ਕੋਡ ਕਰਕੇ ਜਿਹੜਾ ਹੈ ਉਹ ਝੂਠ ਨਾ ਬੋਲਣ। ਇਹਦੇ ਨਾਲ ਤੁਸੀਂ ਜਿਨ੍ਹਾਂ ਦੇ ਕੋਲ ਬੈਠੇ ਜੋ, ਉਹਨਾਂ ਨੂੰ ਵੀ ਇੱਕ ਕਿਸਮ ਦਾ ਤੁਸੀਂ ਧੋਖਾ ਦੇ ਰਹੇ ਜੋ। ਮਤਲਬ ਜੇ ਤੁਸੀਂ ਸਿੱਖ ਪੰਥ ਨਾਲ ਬੇਇਨਸਾਫੀ ਕਰ ਰਹੇ ਜੋ ਕਿ ਇੱਦਾਂ ਇੱਕ ਤੁਕ ਵਰਤ ਕੇ ਤੇ ਸਾਰੇ ਦਾ ਸਾਰਾ ਜਿਹੜੀ ਸਿੱਖ ਕੌਮ ਹੈ ਉਹਨੂੰ ਕਿਸੇ ਖਾਸ ਫਿਰਕੇ ਦੀ ਗੋਦ ਵਿੱਚ ਸੁੱਟਣਾ ਚਾਹੁੰਦੇ ਹੋ, ਉੱਥੇ ਜਿਨ੍ਹਾਂ ਦੇ ਨਾਲ ਤੁਸੀਂ ਬੈਠੇ ਹੋ ਤੁਸੀਂ ਉਹਨਾਂ ਦੇ ਵੀ ਸਕੇ ਨਹੀਂ, ਕਿਉਂਕਿ ਉਹਨਾਂ ਨੂੰ ਵੀ ਤੁਸੀਂ ਇੱਕ ਤੁਕ ਦੱਸੀ ਹੈ। ਜਿਹੜੀਆਂ ਮੈਂ ਤੁਕਾਂ ਤੁਹਾਡੇ ਨਾਲ ਬਾਣੀ ਵਿੱਚੋਂ ਸਾਂਝੀਆਂ ਕਰ ਚੁੱਕਾ ਹਾਂ, ਉਹ ਵੀ ਉਹਨਾਂ ਨੂੰ ਦੱਸਣ ਦੀ ਜ਼ਰੂਰ ਖੇਚਲ ਕਰੋ, ਤਾਂ ਕਿ ਉਹਨਾਂ ਨੂੰ ਵੀ ਕੰਨ ਹੋ ਸਕਣ ਵੀ ਸਿੱਖੀ ਕੀ ਚੀਜ਼ ਹੈ, ਗੁਰੂ ਸਾਹਿਬ ਦੀ ਵਿਚਾਰਧਾਰਾ ਕੀ ਚੀਜ਼ ਹੈ। ਮਨੁੱਖ ਹੋਣ ਦੇ ਨਾਤੇ ਅਸੀਂ ਹਿੰਦੂ ਦਾ ਵੀ ਸਤਿਕਾਰ ਕਰਦੇ ਹਾਂ, ਮੁਸਲਮਾਨ ਦਾ ਵੀ ਸਤਿਕਾਰ ਕਰਦੇ ਹਾਂ, ਪਰ ਸਿੱਖੀ ਦੀ ਵਿਚਾਰਧਾਰਾ ਇੱਕ ਨਵੇਕਲੀ ਵਿਚਾਰਧਾਰਾ ਹੈ ਜਿਹੜੀ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਜਾਂ ਜਿਹੜੀ ਭਗਤਾਂ ਭੱਟਾਂ ਨੇ ਸਾਡੇ ਸਨਮੁਖ ਰੱਖੀ ਤੇ ਅੱਜ ਗੁਰੂ ਗ੍ਰੰਥ ਸਾਹਿਬ ਦੇ ਰੂਪ ਵਿੱਚ ਸਾਡੇ ਕੋਲ ਮੌਜੂਦ ਹੈ। ਬਾਕੀ ਕਿਸੇ ਨੂੰ ਇਸ ਗੱਲ 'ਤੇ ਫੋਰਸ ਨਹੀਂ ਕੀਤਾ ਜਾ ਸਕਦਾ ਵੀ ਉਹ ਸਿੱਖੀ ਵਿਚਾਰਧਾਰਾ ਨੂੰ ਅਪਣਾਉਣ, ਪਰ ਕਿਸੇ ਨੂੰ ਇਹ ਵੀ ਹੱਕ ਨਹੀਂ ਕਿ ਕੋਈ ਸਿੱਖੀ ਵਿਚਾਰਧਾਰਾ ਨੂੰ ਇਹ ਮਤਲਬ ਭੇਖੀ ਸਿੱਖ ਬਣ ਕੇ ਉਹਨਾਂ ਲੋਕਾਂ ਦੀ ਝੋਲੀ ਦੇ ਵਿੱਚ ਇਸ ਤਰੀਕੇ ਨਾਲ ਸੁੱਟਣ ਦਾ ਯਤਨ ਕਰੇ। ਸੋ ਇੰਨੀਆਂ ਕੁ ਤੁਸੀਂ ਬੇਨਤੀਆਂ ਪ੍ਰਵਾਨ ਕਰਨੀਆਂ ਜੀ। ਤੇ ਠਾਕੁਰ ਦਲੀਪ ਸਿੰਘ ਨੂੰ ਫਿਰ ਇੱਕ ਵਾਰ ਬੇਨਤੀ ਹੈ ਕਿ ਉਹ ਇਹਨਾਂ ਗੱਲਾਂ 'ਤੇ ਜ਼ਰੂਰ ਗੌਰ ਕਰਨ ਤੇ ਅਜਿਹੀਆਂ ਜਿਹੜੀਆਂ ਨੇ ਗਲਤੀਆਂ ਜਾਣੇ ਜਾਣੇ ਜਿਹੜੀਆਂ ਤੁਸੀਂ ਕਰ ਰਹੇ ਹੋ ਇਹ ਨਾ ਕਰਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।